हाथी लिआंदा, मैं तो कुज्जा लेना, मैं कुज्जा लिआंदा, आ हाथी नूं कुज्जे च पाउणा। वो बाबा ये कुज्जे च नहीं पैंदा, कहंदे छोटा कुज्जा हाथी बहुत वड्डा, मैं तो पाउणा। रोण लग पिया। अकबर दा बुरा हाल हो गया, कहंदे इहनूं चुप किवें करावां सारे। वो कहंदा बापू तू ही दस तैनूं चुप किवें करावां। वो कहंदा हाथी कपड़े दा बना लो छोटा जिहा, ते न्याणे नूं वो असली हाथी पासे करके कवा दे, छोटा जिहा हाथी बना के कुज्जे च पा दिओ, न्याणा चुप कर जाएगा। कहने बाबा न्याणे संभालने बहुत औखे बई, चाहे राजे दे न्याणे होण चाहे गरीब दे होण, ये तो बाहला तंग करदे ऐ। इत्यादक संकट गन पाए, भयो तरन तरनी चित लाए। इत्यादक बड़े संकट पाउंदा है, फिर पाउंदा पाउंदा पहले प्यार लगा थन, दूजा माए बाप की सो, तीजा भैया भाभी बेव, चौथा प्यारो पन्नी खेड़, पंजवें खाण पीण की धात, छेवें काम ना पूछा जात। कहना हुण मेरी शादी करो, फिर ये ब्याह शादियां च उलझ जांदा है। बदे बिकार अनेक प्रकारा, शत्रु मित्र कर बंद अखारा। कहते फिर अनेक प्रकार दे ब्याह शादियां, फिर बाल बच्चे, फिर लोगां नाल झगड़े, किसी नाल शत्रुता, किसी नाल सज्जनता, किसी नाल दुश्मनी, अखाड़े बन लैंदा, जंग आओ किहने लड़ना मेरे नाल, उत्थे डांगा कढ के खड़ जांदा। ये मनुख दी एक टिंडा, खूह दीआं टिंडां वाली चाल दसदे ने। हर जन्म अपने इस तरह ही हुंदा है, हर जन्म विच इन्ना कुछ ही करदे आ, यही दुख भोगदे आ। आप देख भी सकते हैं अपने बच्चों विच भी उही वो काम करते हैं, वो गां जो उन्होंने बच्चे हो जाणगे वो भी उही उस तरह करते हैं, हरेक चाल उही है उन्हां दी। तो इस प्रकार नाल जीव घुमदा ही रहिंदा है। चयो पदार्थ हाथ न आए, जो प्राप्त सो न खुस जाए। जिहड़ा पदार्थ चाहुंदा हुंदा वो हथ च नहीं आउंदा, फिर रोंदा। माटी को पुत्रा कैसे नचत है, देखा देखा सुने बोले, दौड़ो फिरत है जब कछ पाव तब गर्भ करत है, माया गई तब रोवन लगत है, जो प्राप्त सो नह खुस जाए। ਜਿਹੜਾ ਤਾਂ ਪ੍ਰਾਪਤ ਨਹੀਂ ਹੁੰਦਾ ਉਹਦੇ ਕਰਕੇ ਦੁਖੀ ਹੁੰਦਾ, ਜਿਹੜਾ ਪ੍ਰਾਪਤ ਹੋ ਗਿਆ ਉਹ ਕਿਤੇ ਖੁਸ਼ ਨਾ ਜਾਵੇ, ਇਸ ਗੱਲੋਂ ਦੁਖੀ ਰਹਿੰਦਾ ਹੈ। ਜਿਤ ਕਿਤ ਧਨ ਕੋ ਲੈ ਬੇਤ, ਜਤਨ ਕਰਤ ਬਲ ਬੁੱਧ ਸਮੇਤ। ਆਪਣੀ ਬੁੱਧੀ ਦੇ ਬਲ ਕਰਕੇ ਬੜਾ ਜ਼ੋਰ ਲਾਉਂਦਾ, ਕਿੱਥੋਂ ਕਿੱਥੋਂ ਪੈਸੇ ਲਿਆਉਂਦਾ, ਕਿੱਥੋਂ ਬਣ ਜਾਣ, ਕਿੱਥੋਂ ਬਣ ਜਾਣ, ਹਰੇਕ ਜਗ੍ਹਾ ਪੈਸਿਆਂ ਲਈ ਦੌੜਿਆ ਹੀ ਫਿਰਦਾ ਹੈ। ਤ੍ਰਿਪਤ ਹੋਣ ਲਗ ਪ੍ਰਾਪਤ ਨਾਈ, ਭੂਲੇ ਕੋਰ ਨਾ ਧਰਮ ਰਖਾਏ। ਸੋ ਕਹਿੰਦੇ ਨੇ ਉਹ ਰਜਦਾ ਨਹੀਂ ਹੈ, ਤ੍ਰਿਪਤ ਹੋਣ ਤੱਕ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਰਜਵੀਂ ਪ੍ਰਾਪਤੀ ਨਹੀਂ, ਹਲੇ ਵੀ ਥੋੜੇ ਹੈ, ਹੋਰ ਲੈ ਲਾ ਹਲੇ ਵੀ ਥੋੜੇ ਆ, ਹੋਰ ਲੈ ਲਾ ਹਲੇ ਵੀ ਥੋੜੇ ਆ, ਇਹ ਨਹੀਂ ਰੱਜਦਾ। ਕਹਿੰਦੇ ਇਹ ਕਦੇ ਵੀ ਨਹੀਂ ਰੱਜਿਆ ਇਹਨਾਂ ਪੈਸਿਆਂ ਦੇ ਨਾਲ, ਪਦਾਰਥਾਂ ਨਾਲ। ਉਹਨਾਂ ਪੈਸਿਆਂ ਲਈ, ਪਦਾਰਥਾਂ ਲਈ ਬੋਲੇ ਕੂੜ, ਝੂਠ ਬੋਲਦਾ, ਨਾ ਧਰਮ ਰਖਾਹੀ, ਧਰਮ ਹੀ ਨਹੀਂ ਰੱਖਦਾ। ਪੈਸਿਆਂ ਵਾਸਤੇ ਤੇ ਪਦਾਰਥਾਂ ਲਈ ਬੰਦਾ ਆਪਣਾ ਧਰਮ ਵੀ ਛੱਡ ਦਿੰਦਾ, ਝੂਠ ਵੀ ਬੋਲਦਾ, ਪਾਪ ਵੀ ਕਰਦਾ, ਕੁਕਰਮ ਵੀ ਕਰਦਾ, ਜੋ ਮਰਜ਼ੀ ਕਰਾ ਲਓ। ਪੈਸਿਆਂ ਵਾਸਤੇ ਬੰਦੇ ਤੋਂ ਜੋ ਮਰਜ਼ੀ ਪੁੱਠਾ ਕੰਮ ਕਰਾ ਲਓ, ਉਹੀ ਕਰ ਦਿੰਦਾ ਹੈ। ਭਇਓ ਬਿਰਦ ਨਿਰਬਲ ਤਨ ਰਿਓ, ਜੀਰਣ ਅਧਿਕ ਜਰਜਰੀ ਲਿਓ। ਬਿਲਕੁਲ ਫਿਰ ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰਾਵ, ਕਿਆ ਕਰੇ ਪ੍ਰਾਨੀ। ਕਮਜ਼ੋਰ ਹੋ ਗਿਆ ਹੁਣ। ਜੀਰਨ ਅਧਿਕ ਜਰਜਰੀ ਲਹਿਓ, ਬਹੁਤ ਵਡੇਪਾ ਆ ਗਿਆ, ਜਿਵੇਂ ਫਟਿਆ ਕੱਪੜਾ ਹੁੰਦਾ ਹੈ, ਪੁਰਾਣਾ ਕੱਪੜਾ, ਮਾੜਾ ਜਿਹਾ ਹੱਥ ਲੱਗ ਜੇ ਉੱਥੇ ਹੀ ਫਟ ਜਾਂਦਾ, ਮਾੜਾ ਜਿਹਾ ਹੱਥ ਲੱਗ ਜੇ ਫਿਰ ਇਹ ਸਰੀਰ ਵੀ ਇਹੋ ਜਿਹਾ ਹੋ ਜਾਂਦਾ ਹੈ। ਅਨੇਕ ਬਿਮਾਰੀਆਂ, ਵਿਰੋਧੀ ਬਿਮਾਰੀਆਂ, ਜੇ ਇਹ ਦਵਾਈ ਦਿੰਦੇ ਆ ਤਾਂ ਉਹ ਵੱਧ ਜਾਂਦਾ ਬਲੱਡ ਪ੍ਰੈਸ਼ਰ, ਇਧਰੋਂ ਕੰਟਰੋਲ ਕਰਦੇ, ਉਧਰੋਂ ਉਹ ਵੱਧ ਜਾਂਦੀ ਚੀਜ਼, ਉਧਰੋਂ ਕਰਦੇ, ਇਉਂ ਵਿਚਾਰਾ ਇਹਨਾਂ ਚੱਕਰਾਂ 'ਚ ਹੀ ਫਸਿਆ ਰਹਿੰਦਾ ਹੈ। ਖਾਂਸੀ ਆਦ ਬਿਆਦ ਹੋਏ ਬ੍ਰਿੰਦ, ਅਪਮਾਨਿਤ ਪਰਿਵਾਰ ਬਿਲੰਦ। ਫਿਰ ਖੰਘ ਲੱਗ ਜਾਂਦੀ ਹੈ, ਅਨੇਕ ਪ੍ਰਕਾਰ ਦੀਆਂ ਆਦੀਆਂ ਵਿਆਧੀਆਂ ਉਪਾਧੀਆਂ ਚਿੰਬੜ ਜਾਂਦੀਆਂ ਨੇ, ਪਰਿਵਾਰ ਵਿੱਚ ਇੱਜ਼ਤ ਨਹੀਂ ਰਹਿੰਦੀ। ਕਹਿੰਦੇ ਐਵੇਂ ਸਾਰਾ ਦਿਨ ਖਾਉਂ ਖਾਉਂ ਕਰਦਾ, ਬਾਹਰ ਬੈਠ ਉੱਤੇ ਖੂੰਡੀ ਫੜ ਕੇ ਬਜ਼ੁਰਗ ਹੋਏ ਨੂੰ ਫਿਰ ਸਾਰੇ ਨਿਰਾਦਰ ਦਿੰਦੇ ਨੇ। ਸੰਕਟ ਅਧਿਕ ਪਾਏ ਮਰ ਰਹਿ, ਜੀਵ ਗਤੀ ਜਿਮ ਕਿਆ ਕਰ ਕੈ। ਬਹੁਤ ਦੁੱਖ ਪਾ ਕੇ ਮਰਦਾ ਹੈ। ਫਿਰ ਕਹਿੰਦੇ ਜੀਵ ਦੀ ਹਾਲਤ ਜਿਵੇਂ ਹੁੰਦੀ ਹੈ, ਕੀ ਦਸੀਏ। ਲੇਸ਼ ਮਾਤਰ ਦੁੱਖ ਵਰਣਨ ਕਰੇ,
ਸਰਬ ਜੇ ਕਹਿ ਗ੍ਰੰਥ ਇੱਕ ਭਰੇ। ਕਹਿੰਦੇ ਮੈਂ ਤਾਂ ਥੋੜਾ ਜਿਹਾ ਦੁੱਖ ਤੁਹਾਨੂੰ ਦੱਸਿਆ ਕਿ ਬੰਦਾ ਇੰਨੇ ਦੁੱਖ ਭੋਗਦਾ ਹੈ। ਜੇ ਮੈਂ ਸਾਰੇ ਦੁੱਖ ਦੱਸਣ ਲੱਗ ਜਾਵਾਂ, ਇੱਕ ਗ੍ਰੰਥ ਭਰ ਜੇ ਪੂਰਾ, ਇੰਨੇ ਦੁੱਖ ਬੰਦਾ ਭੋਗਦਾ ਜ਼ਿੰਦਗੀ ਵਿੱਚ। ਜਨਮ ਕਰੋੜੋ ਤਰ ਤਰ ਮਰਿਓ, ਕਿਸੀ ਸਰੀਰ ਬਿਖੈ ਨ ਥਿਰਿਓ। ਕਰੋੜਾਂ ਜਨਮ ਧਰ ਧਰ ਕੇ ਬੰਦਾ ਮਰਿਆ, ਅੱਜ ਤੱਕ ਕਿਸੇ ਸਰੀਰ ਵਿੱਚ ਟਿਕਾਓ ਨਹੀਂ ਬਣਿਆ। ਬੰਦੇ ਦਾ ਮਿਲ ਗਿਆ ਸਰੀਰ, ਫਿਰ ਉਹ ਛੱਡਤਾ, ਫਿਰ ਹੋਰ ਮਿਲ ਗਿਆ, ਫਿਰ ਉਹ ਛੱਡਤਾ। ਅੱਜ ਤੱਕ ਕਿਸੇ ਸਰੀਰ ਵਿੱਚ ਪੱਕਾ ਤਾਂ ਬੈਠਾ ਹੀ ਨਹੀਂ। ਹਰੇਕ ਵਾਰੀ ਮਰਦਾ ਹੀ ਤੁਰਿਆ ਆਉਂਦਾ ਹੈ। ਜਨਮ ਅਸੰਖ ਭਵਿੱਖਤ ਲੈ, ਦੁੱਖ ਸੁਖ ਕੋਰ ਭੋਗ ਮਰ ਰਹਿ। ਭਵਿੱਖਤ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ ਅਸੰਖਾਂ ਜਨਮ ਹਲੇ ਲੈਣੇ ਨੇ। ਦੁੱਖ ਸੁੱਖ ਝੂਠ ਤੂਫਾਨ ਭੋਗਾਂ ਦੇ ਵਿੱਚ ਮਰ ਜਾਂਦਾ ਹਰ ਜਨਮ ਦੇ ਵਿੱਚ। ਬਿਨ ਸਤ ਗੁਰ ਕੀ ਸ਼ਰਨੀ ਪਰੇ, ਕੋਈ ਨਾ ਬੰਦ ਖਲਾਸੀ ਕਰੇ। ਇਸੇ ਕਰਕੇ ਗੁਰਾਂ ਦੀ ਲੋੜ ਹੈ, ਅੰਮ੍ਰਿਤ ਛਕਣ ਦੀ ਲੋੜ ਹੈ, ਗੁਰੂ ਵਾਲੇ ਬਣਨ ਦੀ ਲੋੜ ਹੈ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਦੋਂ ਪੂਰਿਆਂ ਗੁਰਾਂ ਨੇ ਚਰਨੀ ਲਾ ਲਿਆ, ਇਹੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ ਕਿਉਂ ਲੋੜ ਹੈ? ਇਸੇ ਕਰਕੇ ਲੋੜ, ਗੁਰਬਾਣੀ ਦੀ ਅੰਮ੍ਰਿਤ ਦੀ ਕਿਉਂ ਲੋੜ ਹੈ? ਇਹਨਾਂ ਜਨਮਾਂ ਦੇ ਚੱਕਰਾਂ ਚੋਂ ਨਹੀਂ ਕੋਈ ਕੱਢ ਸਕਦਾ, ਪਾ ਸਕਦਾ ਆਪਾਂ ਨੂੰ। ਤਾਂ ਮਹਾਰਾਜ ਕਹਿੰਦੇ ਇੰਨਾ ਕਸ਼ਟ ਭੋਗਦੇ ਹੋ, ਇਹਨਾਂ ਜਨਮਾਂ ਚੋਂ ਬਾਹਰ ਹੋਣ ਵਾਸਤੇ ਗੁਰੂ ਵਾਲੇ ਬਣ ਜਾਓ। ਬਾਣੀ ਪੜ੍ਹੋ, ਨਾਮ ਜਪੋ, ਸੇਵਾ ਕਰੋ, ਸਿਮਰਨ ਕਰੋ, ਅਰਦਾਸਾਂ ਬੇਨਤੀਆਂ ਕਰੋ। ਬੇਨਤੀ ਕਰੋ ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ। ਕੇਤੇ ਗਨੋ ਸੰਖ ਅਵਗੁਣ ਮੇਰਿਆ, ਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਸਦ ਭੂਲੀਐ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੂਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰਹੂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾਢ ਭਵਜਲ ਫੇਰਿਆ। ਖਾਤ ਪੀਤ ਖੇਲਤ ਹਸਤ, ਭਰਮੇ ਜਨਮ ਅਨੇਕ। ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਇਸ ਤਰ੍ਹਾਂ ਕਹਿੰਦੇ ਗੁਰਾਂ ਦੀ ਸ਼ਰਨੀ ਆ ਜਾਓ, ਬੇਨਤੀਆਂ ਕਰੋ, ਤਾਂ ਆਪਾਂ ਇਹ ਜਨਮ ਮਰਨ ਦੇ ਗੇੜੇ ਤੋਂ ਬਾਹਰ ਆ ਸਕਦੇ ਹਾਂ। ਭੂਰ ਭਾਗ ਤੇ ਭਾਉ ਭਗਤ ਲੈ, ਬਨੇ ਸਿੱਖ ਗੁਰ ਚਰਨ ਸ਼ਰਨ ਰਹਿ। ਭੂਰ ਭਾਗ, ਭੂਰ ਹੁੰਦਾ ਬਹੁਤੇ ਜ਼ਿਆਦਾ ਭਾਗ ਹੋਣ, ਫਿਰ ਪ੍ਰੇਮਾ ਭਗਤੀ ਮਿਲਦੀ ਹੈ। ਫਿਰ ਜਾ ਕੇ ਸਿੱਖ ਗੁਰਾਂ ਦੇ ਚਰਨ ਸ਼ਰਨ ਆਉਂਦਾ ਹੈ, ਰਹਿੰਦਾ ਹੈ, ਸੇਵਾ ਕਰਦਾ ਹੈ, ਤਾਂ ਤਰਦਾ ਹੈ। ਤਨ ਕਰ ਮਨ ਕਰ ਧਨ ਕਰ ਸੇਵਾ, ਛਲ ਬਿਨ ਹੈ ਰਿਝਾਏ ਗੁਰ ਦੇਵਾ। ਕਹਿੰਦੇ ਸੇਵਾ ਕਰਨੀ ਤਨ ਕਰਕੇ ਕਰੋ, ਮਨ ਕਰਕੇ ਕਰੋ, ਧਨ ਕਰਕੇ ਕਰੋ, ਬਿਨਾਂ ਕਪਟ ਤੋਂ, ਬਿਨਾਂ ਛਲ ਤੋਂ ਇਹ ਸੇਵਾਵਾਂ ਕਰਕੇ ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਆਪਣੇ ਗੁਰਦੇਵ ਪਿਤਾ ਜੀ ਨੂੰ ਰਝਾ ਲਓ ਆਪਣੇ ਉੱਪਰ, ਖੁਸ਼ ਹੋ ਜਾਣ ਮਹਾਰਾਜ, ਜਿਵੇਂ ਭਾਈ ਆਦਮ ਤੇ ਖੁਸ਼ ਹੋ ਗਏ ਮਹਾਰਾਜ ਚੌਥੇ ਪਾਤਸ਼ਾਹ। ਇਸੇ ਤਰ੍ਹਾਂ ਹੀ ਭਾਈ ਬਿਧੀ ਚੰਦ ਤੇ ਬੜੇ ਖੁਸ਼ ਹੋ, ਗਲ ਨਾਲ ਲਾ ਲਿਆ ਛੇਵੇਂ ਪਾਤਸ਼ਾਹ ਨੇ। ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ, ਇਉਂ ਜਿਨ੍ਹਾਂ ਨੇ ਗੁਰਾਂ ਨੂੰ ਪ੍ਰਸੰਨ ਕਰ ਲਿਆ, ਉਹਨੂੰ ਨਿਹਾਲ ਕਰ ਦਿੱਤਾ। ਲੈ ਉਪਦੇਸ਼ ਕਮਾਵੈ ਮਨ ਤੇ, ਸੇਵਾ ਕਰੈ ਸਰਬੀ ਤਨ ਤੇ। ਉਪਦੇਸ਼ ਜਿਹੜਾ ਲੈਣਾ ਹੈ, ਸੇਵਾ ਮਨ ਨਾਲ ਕਿਵੇਂ ਕਰਨੀ? ਕਹਿੰਦੇ ਉਪਦੇਸ਼ ਲੈ ਕੇ ਮਨ ਕਰਕੇ ਕਮਾਓ। ਇਹ ਤਾਂ ਹੋ ਗਈ ਮਨ ਕਰਕੇ ਸੇਵਾ। ਸੇਵਾ ਕਰੈ ਸਰਬ ਹੀ ਤਨ ਤੇ। ਫਿਰ ਜਿਹੜੀ ਸੇਵਾ ਕਰਨੀ ਹੈ, ਉਸ ਸਰੀਰ ਦੇ ਨਾਲ ਸੇਵਾ ਕਰੋ। ਤੋ ਇਸ ਕੋ ਹੋਵਤ ਛੁਟਕਾਰਾ, ਕਰਮ ਬੰਧ ਤਜ ਬਨੈ ਸੁਖਾਰਾ। ਤਾਂ ਛੁਟਕਾਰਾ ਹੋ ਸਕਦਾ ਹੈ, ਕਰਮਾਂ ਦਾ ਬੰਧਨ ਤਾਂ ਟੁੱਟ ਸਕਦਾ ਹੈ। ਕਹਿੰਦੇ ਗੁਰਬਾਣੀ ਦਾ ਕੀ ਫਾਇਦਾ, ਇੰਨੇ ਪਾਠ ਕਰੀ ਜਾਂਦੇ, ਇਹਦਾ ਕੀ ਫਾਇਦਾ? ਅਰੇ ਇਹਦਾ ਗੱਲ ਦਾ ਗਿਆਨ ਹੀ ਨਹੀਂ ਕਿਸੇ ਨੂੰ। ਭਾਵ ਕਿ ਭੂਰ ਭਾਗ ਨਹੀਂ ਹੈਗੇ, ਬਹੁਤੇ ਜ਼ਿਆਦਾ ਭਾਗ ਨਹੀਂ। ਮਹਾਰਾਜ ਤਾਂ ਕਹਿੰਦੇ ਨੇ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਉਹਦਾ ਸਿੱਧਾ ਲਿਖਤਾ ਵੀ ਜੂਨਾਂ 'ਚ ਨਹੀਂ ਆਉਂਦਾ। ਮੂਲ ਮੰਤਰ ਪੜ੍ਹ ਲਓ ਤਾਂ, ਸੁਖਮਨੀ ਸਾਹਿਬ ਪੜ੍ਹ ਲਓ ਤਾਂ, ਜਪਜੀ ਸਾਹਿਬ ਦੇ ਪਾਠ ਕਰ ਲਓ ਤਾਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹਰੇਕ ਬਾਣੀ ਦੇ ਅਖੀਰ ਤੇ ਜਾ ਕੇ ਲਿਖਦਾ ਭਾਈ ਪੜ੍ਹੋ ਤਾਂ ਸਹੀ, ਕੋਈ ਪੜ੍ਹੋ।
ਜਿਹੜੀ ਵੀ ਬਾਣੀ ਪੜ੍ਹੋਗੇ ਤੁਹਾਨੂੰ ਬਾਣੀ ਅਤੇ ਬਾਣਾ ਦੋ ਖੰਭ ਦੇ ਦਿੱਤੇ ਨੇ, ਇਹਦੇ ਨਾਲ ਉੱਡ ਕੇ ਚਲੇ ਜਾਓਗੇ ਝਟਪਟ ਸੱਚਖੰਡ ਨੂੰ। ਗੁਰਬਾਣੀ ਪੜ੍ਹਦਾ ਆਪਾਂ ਕਹੀਏ ਮੈਨੂੰ ਤਾਂ ਕੋਈ ਲਾਭ ਨਹੀਂ, ਮੇਰਾ ਮਨ ਨਹੀਂ ਟਿਕਿਆ, ਇਹਦਾ ਆਪਾਂ ਨੂੰ ਨਹੀਂ ਪਤਾ ਲੱਗਦਾ। ਜੇ ਆਪਾਂ ਨੂੰ ਪਤਾ ਇਉਂ ਨਹੀਂ ਲੱਗਦਾ ਕਿ ਆਪਾਂ ਨੂੰ ਅੰਤਰਜਾਮਤਾ ਨਹੀਂ। ਸਤਿਗੁਰੂ ਜਾਣਦੇ ਨੇ ਕਿ ਆਪਾਂ ਜਿੰਨੀ ਬਾਣੀ ਰੋਜ਼ ਪੜ੍ਹਦੇ ਆਂ, ਜਿੰਨੀ ਵਾਰ ਆਖਦੇ ਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਜਿੰਨੀ ਵਾਰੀ ਆਪਾਂ ਵਾਹਿਗੁਰੂ ਵਾਹਿਗੁਰੂ ਜਪਦੇ ਆਂ, ਇਹ ਇੱਕ ਵਾਰੀ ਵਾਹਿਗੁਰੂ ਕਹੀਂ ਖਾਸੇ ਸਾਰੇ ਪਾਪਾਂ ਦੇ ਢੇਰ ਚੱਕੇ ਜਾਂਦੇ ਨੇ। ਉਹ ਆਪਾਂ ਨੂੰ ਪਤਾ ਨਹੀਂ ਲੱਗਦਾ। ਕਹਿੰਦੇ ਥੋੜਾ ਕਰਾਇਆ ਕਰੋ, ਸ਼ੁਰੂ 'ਚ ਬੜਾ ਕਿੰਤੂ ਜਿਹਾ ਕਰਦੇ ਸੀ, ਜਾਂ ਤਾਂ ਤੁਸੀਂ ਸੀਟ ਸੰਭਾਲ ਲਓ, ਆ ਕੇ ਕੰਟਰੋਲ ਤੁਸੀਂ ਕਰੋ, ਸਾਰਿਆਂ ਨੂੰ ਤਾਰ ਦਿਓ। ਫਿਰ ਇਸ ਗੱਲ ਦਾ ਆਮ ਬੰਦੇ ਨੂੰ ਗਿਆਨ ਨਹੀਂ। ਇੰਨੀ ਕਥਾ ਸੁਣਾਉਣ ਤੋਂ ਬਾਅਦ ਇੱਥੇ ਗੱਲ ਹੁਣ ਨਿਬੜਦੀ ਜਾ ਕੇ ਵੀ ਸਿਮਰਨ ਕਿਉਂ ਜ਼ਰੂਰੀ ਹੈ, ਮੂਲ ਮੰਤਰ ਦਾ ਅਭਿਆਸ ਕਿਉਂ ਜ਼ਰੂਰੀ ਹੈ, ਇਹ ਨਿਤਨੇਮ ਪੰਜਾਂ ਬਾਣੀਆਂ ਦਾ ਇਹ ਰਹਿ ਰਾਸ ਸੱਚਖੰਡ ਨੂੰ ਥਾਂ ਦਿੰਦੀ, ਸੱਚਖੰਡ ਵਿੱਚ ਵਾਸਾ ਹੁੰਦਾ ਹੈ। ਕੀਰਤਨ ਸੋਹਲਾ ਤਾਂ ਪੜੀਦਾ ਜੇ ਅਚਾਨਕ ਰਾਤ ਨੂੰ ਸੁੱਤਿਆਂ ਪਿਆ ਸਰੀਰ ਛੱਡਦੇ ਸਿੱਖ, ਸਤਿਗੁਰੂ ਕਹਿੰਦੇ ਮੈਂ ਉਹਦਾ ਫਿਰ ਰਾਖਾ ਹਾਂ, ਬਾਲੀ ਹਾਂ। ਜੇ ਕੀਰਤਨ ਸੋਹਲੇ ਤੋਂ ਬਿਨਾਂ ਸਰੀਰ ਛੁੱਟ ਗਿਆ ਬਈ, ਮਹਾਰਾਜ ਕਹਿੰਦੇ ਫਿਰ ਮੇਰੀ ਜ਼ਿੰਮੇਵਾਰੀ ਘੱਟ ਹੈ। ਕਿਉਂ? ਤੂੰ ਸੋਹਲਾ ਤਾਂ ਪੜਿਆ ਨਹੀਂ। ਕੀਰਤਨ ਸੋਹਲਾ ਪੜਨ ਵਾਲੇ ਉੱਤੇ ਨਿਗਾਹ ਹੁੰਦੀ, ਅਰਸ਼ੋਂ ਕੁਰਸ਼ੋਂ ਨਿਗਾਹ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਤਾਂ ਤੁਹਾਨੂੰ ਬਹੁਤ ਕੁਝ ਦਿੱਤਾ ਹੈ, ਪਰ ਤੁਸੀਂ ਕਿਸੇ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਤੁਸੀਂ ਤਾਂ ਐਵੇਂ ਮਖੌਲ ਵਜੋਂ ਹੀ ਲੈ ਲਿਆ ਵੀ ਚਲੋ ਪੜ੍ਹ ਲਈ ਨਾ ਪੜ੍ਹ ਲਈ ਨਾ ਸਹੀ, 5 ਕਾਰ ਰੱਖ ਲੈ, ਕੰਘਾ ਟੁੱਟਿਆ ਪਿਆ ਤਾਂ ਵੀ ਕੋਈ ਖਾਸ ਗੱਲ ਨਹੀਂ, ਕਛਹਿਰੇ ਦੀ ਕੋਈ ਮਰਿਆਦਾ ਨਹੀਂ, ਕੋਈ ਕਿਰਪਾਨ ਦੀ ਕੋਈ ਮਰਿਆਦਾ ਨਹੀਂ, ਫਿਰ ਤਰਨਾ ਕਿਵੇਂ ਹੈ? ਫਿਰ ਤਾਂ ਦੋਸ਼ੀ ਰਹਿ ਗਿਆ ਆਪਾਂ। ਇਸ ਕਰਕੇ ਮਰਿਆਦਾ ਨੂੰ ਥੋੜੇ ਜਿਹੇ ਤਤਪਰ ਹੋ ਕੇ ਕਮਾ ਕੇ ਨਾਮ ਜਪ ਕੇ, ਮਹਾਰਾਜ ਕਹਿੰਦੇ ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ, ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾ ਰੇ ਨਾਰਾ, ਪਤਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਹਰੀ ਦਾ ਜਸ ਗਾਉਣ ਵਾਸਤੇ ਕਿਹਾ ਹੈ। ਤੋ ਇਸ ਕੋ ਹੋਵਤ ਛੁਟਕਾਰਾ, ਕਰਮ ਬੰਦ ਤਜ ਬਨੈ ਸੁਖਾਰਾ। ਤਾਂ ਇਹਦਾ ਛੁਟਕਾਰਾ ਹੁੰਦਾ ਜਾ ਕੇ ਜੀਵ ਦਾ, ਕਰਮਾਂ ਦੇ ਬੰਧਨ ਟੁੱਟ ਜਾਂਦੇ ਨੇ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਈ। ਇਹ ਭਾਣੇ ਅੰਦਰ ਹੀ ਬੰਦ ਖਲਾਸੀ ਹੁੰਦੀ ਹੈ। ਨਾਏ ਤਵਿਓ ਫਿਰਤ ਬਿਲ ਲਾਵਤ, ਜਗ ਸਮੁੰਦਰ ਕੋ ਪਾਰ ਨਾ ਪਾਵਤ। ਨਹੀਂ ਤਾਂ ਕਹਿੰਦੇ ਇੱਥੇ ਹੀ ਬਿਲ ਲਾਟ ਕਰਦਾ ਫਿਰਦਾ, ਰੋਂਦਾ ਫਿਰਦਾ ਹੈ। ਸੰਸਾਰ ਸਮੁੰਦਰ ਤੋਂ ਪਾਰ ਹੋਣਾ ਕੋਈ ਸੌਖਾ ਨਹੀਂ ਹੈ। ਇਹ ਕੋਈ ਸੌਖੀ ਖੇਡ ਨਹੀਂ ਹੈ। ਜਿਵੇਂ ਐਵੇਂ ਆਖੋ ਵੀ ਇਹ ਕੋਈ ਸੌਖੀ ਜੀ ਖੇਡ ਆ ਵੀ ਮੈਂ ਐਵੇਂ ਤਰ ਜਾਵਾਂਗਾ, ਜਾਂ ਕਈਆਂ ਨੂੰ ਭੁਲੇਖਾ ਹੁੰਦਾ ਮੈਂ ਐਵੇਂ ਤਰ ਜਾਵਾਂਗਾ। ਨਹੀਂ ਤਰਦਾ, ਜ਼ੋਰ ਲਾ ਲਓ, ਨਹੀਂ ਤਰਦੇ ਤੁਸੀਂ। ਇਸ ਤਰ੍ਹਾਂ ਕਿਸੇ ਨੇ ਨਹੀਂ ਤਰਨਾ, ਐਵੇਂ ਕਿਤੇ ਭੁਲੇਖਿਆਂ ਅੰਦਰ ਰਹਿ ਜਾਓ। ਤਰਨਾ ਕੋਈ ਸੌਖਾ ਨਹੀਂ ਹੈ, ਤਰਨਾ ਹੈ ਔਖਾ, ਪਰ ਗੁਰ ਮਰਿਆਦਾ ਅਨੁਸਾਰ ਜੇ ਚੱਲੀਏ, ਮਹਾਰਾਜ ਕਹਿੰਦੇ ਸਵਾਸ ਸਵਾਸ ਸਿਮਰਨ ਕਰੋਗੇ, ਬਾਣੀ ਪੜ੍ਹੋਗੇ, ਤਾਂ ਜਾ ਕੇ ਕਿਤੇ ਤੁਹਾਡਾ ਤਰਨਾ ਹੋਵੇਗਾ, ਉਹ ਵੀ ਮਿੰਤਾਂ ਤਰਲਿਆਂ ਦੇ ਨਾਲ। ਦਇਆ ਸਿੰਘ ਉਪਦੇਸ਼ ਬਤਾਇਓ, ਸੁਨਤ ਖਾਲਸੇ ਧਰ ਸੁਖ ਪਾਇਓ। ਸੋ ਭਾਈ ਦਇਆ ਸਿੰਘ ਜੀ ਨੇ ਇਹ ਉਪਦੇਸ਼ ਸਾਰੀ ਸੰਗਤ ਨੂੰ ਸੁਣਾਇਆ। ਸੁਣ ਕੇ ਖਾਲਸੇ ਨੇ ਮਹਾ ਸੁਖ ਪਾਇਆ। ਜਿਨ੍ਹਾਂ ਜਿਨ੍ਹਾਂ ਨੇ ਉਪਦੇਸ਼ ਕਮਾਇਆ, ਉਹਨਾਂ ਨੇ ਸਤਿਗੁਰੂ ਮਹਾਰਾਜ ਕਹਿੰਦੇ ਲੋਕ ਅਤੇ ਪਰਲੋਕ ਸੁਹੇਲਾ ਕਰ ਲਿਆ। ਇਹ ਉਪਦੇਸ਼ ਇੱਥੇ ਆ ਕੇ ਅੱਜ ਸਮਾਪਤ ਹੋਇਆ। ਜਿਹੜਾ ਭਾਈ ਦਇਆ ਸਿੰਘ ਨੇ ਸ਼ੁਰੂ ਕੀਤਾ ਸੀ, ਇੰਨਾ ਉਪਦੇਸ਼ ਖਾਲਸੇ ਨੂੰ ਕਈ ਦਿਨਾਂ ਦੇ ਵਿੱਚ ਸੁਣਾਇਆ ਖਾਲਸਾ ਜੀ ਨੂੰ। ਤੇ ਇਸ ਤਰ੍ਹਾਂ ਆਪਣੇ ਸਰੀਰ ਦੇ ਅੰਦਰ ਕਿਰਿਆ ਹੁੰਦੀ ਆ। ਇਹ 5 ਤੱਤ ਨੇ, ਇਹ ਸ਼ਬਦ ਸਪਰਸ਼ ਰੂਪ ਰਸ ਰੂਪ ਗੰਧ ਨੇ, ਆਹ ਚੀਜ਼ਾਂ ਆਹ ਨੇ, ਬ੍ਰਹਮ ਗਿਆਨ ਤੱਕ ਲੈ ਗਏ, ਕਿੰਨਾ ਕੁਝ ਸੁਣਾ ਦਿੱਤਾ। ਹੁਣ ਇਹਦੇ 'ਚ ਕੋਈ ਕਮੀ ਨਹੀਂ ਹੈ, ਸਾਰਾ ਕੁਝ ਬਖਸ਼ਿਸ਼ ਕਰ ਦਿੱਤਾ ਹੈ। ਤੇ ਇਹ हेरा अब आगे वर्णन करो, कवि जिरै गुर पास। आओ कवि संतोख सिंह चूड़ामण, कवि संतोख सिंह जिन्हां नूं बहुत वड्डा खिताब मिलिया, ਉਹ ਕਹਿੰਦੇ ਨੇ ਜਿਹੜੇ ਜਿਹੜੇ ਕਵੀ ਸਤਿਗੁਰੂ 10ਵੇਂ ਪਾਤਸ਼ਾਹ ਦੇ ਕੋਲ ਰਹੇ ਨੇ,
ਜੋ ਜੋ ਉਹਨਾਂ ਨੇ ਕਵਿੱਤ ਬਣਾਏ ਨੇ, ਜੋ ਜੋ ਗੁਰਾਂ ਦੀ ਮਹਿਮਾ ਕੀਤੀ ਹੈ, ਉਹ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ। ਸੋ ਜਸ ਕਬਿਤਨ ਮੈਂ ਕਰਿਓ, ਲੇਤ ਭਏ ਧਨ ਰਾਤ। ਸੋ ਜਸ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਸਰੂਪਾਂ ਤੱਕ ਸੱਤੇ ਬਲਵੰਡੇ ਨੇ ਬਹੁਤ ਸੋਹਣਾ ਜਸ ਕੀਤਾ ਹੈ। ਇਸੇ ਤਰ੍ਹਾਂ ਹੀ ਉਹਨਾਂ ਕਵੀਆਂ ਨੇ ਬਹੁਤ ਸੋਹਣਾ ਜਸ ਕੀਤਾ ਗੁਰਾਂ ਦਾ। ਮਹਾਰਾਜ ਨੇ ਆਪਣੀ ਹਜ਼ੂਰੀ 'ਚ ਬਿਠਾ ਕੇ ਕਰਵਾਇਆ ਔਰ ਉਹਨਾਂ ਨੂੰ ਬਹੁਤ ਧਨ ਦੇ ਗੱਫੇ ਦਿੱਤੇ। ਜੋ ਧਨ ਚਾਹੁੰਦਾ ਉਹਨੂੰ ਧਨ ਦਿੱਤਾ, ਜੋ ਪੁੱਤਰ ਚਾਹੁੰਦਾ ਉਹਨੂੰ ਪੁੱਤਰ ਦਿੱਤਾ, ਜੋ ਵਡਿਆਈ ਚਾਹੁੰਦਾ ਉਹਨੂੰ ਵਡਿਆਈ ਦਿੱਤੀ, ਜੋ ਜੋ ਜਿਸ ਨੇ ਮੰਗਿਆ ਉਹਨੂੰ ਬਖਸ਼ਿਸ਼ ਕਰ ਦਿੱਤਾ। ਜੋ ਪਏ ਧਨ ਅਰਥੀ ਧਨ ਗਨ ਕੋ ਪਾਇਓ, ਨਿਜ ਬੁੱਧ ਕਰ ਗੁਰਦੇਵ ਰਜਾਇਓ। ਧਨ ਦੇ ਅਰਥੀਆਂ ਨੇ ਧਨ ਪ੍ਰਾਪਤ ਕੀਤਾ ਆਪਣੀ ਬੁੱਧੀ ਕਰਕੇ, ਜਿੰਨਾ ਕੁ ਬਲ ਗੁਰਦੇਵ ਨੇ ਬਖਸ਼ਿਆ। ਕਵਿਤਾ ਲਿਖ ਕੇ ਸੋਹਣੀ ਗੁਰਦੇਵ ਜੀ ਨੂੰ ਉਹਨਾਂ ਨੇ ਕਵਿਤਾ ਨਾਲ ਖੁਸ਼ ਕਰ ਲਿਆ। ਇਉਂ ਵੀ ਸੇਵਾ ਕਰੀਦੀ ਹੈ ਗੁਰਾਂ ਦੀ ਕਿ ਕਵਿਤਾ ਸੁਣਾ ਕੇ ਖੁਸ਼ ਕਰ ਲਿਆ। ਮਹਾਰਾਜ ਖੁਸ਼ ਹੋ ਗਏ। ਹਾਂ ਬਈ ਦੱਸ ਕੀ ਚਾਹੁੰਦਾ ਹੈ। ਅਪਰ ਪਦਾਰਥ ਜਿਨ ਕਿਨ ਚਾ, ਦਸਮ ਗੁਰੂ ਤੇ ਲੀਨਸ ਪਾ। ਹੋਰ ਵੀ ਜਿਹਨੇ ਕਿਨੇ ਕੋਈ ਪਦਾਰਥ ਚਾਹਿਆ, ਕਵੀ ਨੇ ਕਵਿਤਾ ਲਿਖ ਕੇ ਖੁਸ਼ ਕਰ ਲਿਆ, ਉਹੀ ਪ੍ਰਾਪਤ ਕਰ ਲਿਆ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਹਾ ਉਦਾਰ ਮੁਕਤ ਲੋ ਦੇਤ, ਚੌਂਦਿਸ਼ ਤੇ ਕਵੀ ਤਿਆਗ ਨਕੇਤ। ਮਹਾ ਉਦਾਰ ਦਾਤੇ 10ਵੇਂ ਪਾਤਸ਼ਾਹ, ਵੱਡਾ ਦਿਲ ਹੈ ਸਮੁੰਦਰ ਵਰਗਾ, ਮੁਕਤੀ ਤੱਕ ਕਵੀ ਨੂੰ ਦੇ ਦਿੰਦੇ ਨੇ। ਮੁਕਤ ਹੋਇਆ ਬਈ ਅਸੀਂ ਤੇਰੇ ਤੇ ਬੜੇ ਖੁਸ਼ ਹਾਂ। ਗੁਰੂ ਨਾਨਕ ਸਾਹਿਬ ਦੀ ਕਵਿਤਾ ਸੁਣਾਈ ਹੈ, ਗੁਰੂ ਅੰਗਦ ਦੇਵ ਜੀ ਬਾਰੇ ਤਾਂ ਇੰਨੀ ਸੋਹਣੀ ਮਹਿਮਾ ਲਿਖੀ ਹੈ। ਆਹ ਵੱਡੇ ਦਾਤੇ ਸਤਿਗੁਰੂ ਨੇ ਜਦੋਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਭੰਡਾਰੇ ਭਰ ਦਿੱਤੇ। ਚੌਂ ਦਿਸ਼ ਤੇ ਕਵ ਤਿਆਗ ਨਕੇਤ, ਚਾਰੇ ਪਾਸੇ ਤੋਂ ਕਵੀ ਆਪੋ ਆਪਣੇ ਘਰਾਂ ਨੂੰ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਰਹੇ ਨੇ। ਆਨ ਅਨੰਦਪੁਰ ਕੀਨ ਸੁਬਾਸਾ, ਸੁਤ ਬਿਤ ਆਦ ਪਾਏ ਸੁਖ ਰਾਸਾ। ਆ ਕੇ ਸ੍ਰੀ ਅਨੰਦਪੁਰ ਸਾਹਿਬ ਕਈਆਂ ਨੇ ਤਾਂ ਪੱਕੇ ਘਰ ਉੱਥੇ ਹੀ ਬਣਾ ਲਏ, ਪੁੱਤਰ ਪ੍ਰਾਪਤ ਕਰ ਲਿਆ, ਧਨ ਪ੍ਰਾਪਤ ਕਰ ਲਿਆ, ਸਾਰੇ ਸੁਖ ਲੈ ਲਏ। ਜੇ ਨਿਸ਼ਕਾਮ ਮੁਕਤ ਏ ਦਏ, ਕਿਤਕ ਸੰਪਸਾ ਅਰਗਤ ਲਏ। ਕਈ ਨਿਸ਼ਕਾਮੀ ਨੇ, ਉਹ ਕਹਿੰਦੇ ਮੈਂ ਮਹਾਰਾਜ ਕੁਛ ਨਹੀਂ ਚਾਹੁੰਦਾ, ਮੈਨੂੰ ਮੁਕਤ ਕਰ ਦਿਓ ਬੰਧਨਾਂ ਤੋਂ। ਚੰਗਾ ਭਾਈ ਤੈਨੂੰ ਮੁਕਤ ਕੀਤਾ। ਦੂਸਰੇ ਨੂੰ ਪੁੱਛਦੇ ਤੈਨੂੰ ਕੀ ਚਾਹੀਦਾ? ਮਹਾਰਾਜ ਮੈਨੂੰ ਤਾਂ ਦੋਨੋਂ ਹੀ ਸੁੱਖ ਚਾਹੀਦੇ ਨੇ। ਪੰਡਤ ਦੁਰਗਾ ਦਾਸ ਨੇ ਤੀਜੇ ਪਾਤਸ਼ਾਹ ਤੋਂ ਦੋਨੋਂ ਸੁੱਖ ਮੰਗ ਲਏ। ਮਹਾਰਾਜ ਨੇ ਕਿਹਾ ਚੰਗਾ ਤੇਰੇ ਘਰ ਦੇ ਵਿੱਚ ਦੋਨੋਂ ਹੀ ਸੁੱਖ ਹੋਣਗੇ, ਲੋਕ ਸੁਖੀ ਪਰਲੋਕ ਸੁਹੇਲੇ। ਇਹਨੂੰ ਦੋਨੋਂ ਪਾਸੇ ਹੀ ਮੁਕਤ ਕੀਤਾ ਹੈ। ਚਾਰੋਂ ਚੱਕਨ ਗੁਰ ਜਸ ਫੈਲਾ, ਮਨੋ ਚਾਂਦੇ ਉਜਲ ਬਿਨ ਮੈਲਾ। ਚਾਰਾਂ ਚੱਕਾਂ ਵਿੱਚ ਗੁਰਾਂ ਦਾ ਜਸ ਫੈਲ ਗਿਆ, ਪੂਰਬ ਪੱਛਮ ਉੱਤਰ ਦੱਖਣ ਵਿੱਚ। ਮੰਨੋ ਜਿਵੇਂ ਉਜਲ ਚੰਦਰਮਾ ਹੋਵੇ। ਇਹ ਚੰਦਰਮਾ ਤਾਂ ਦਾਗੀ ਹੈ, ਇਹਦੇ ਵਿੱਚ ਤਾਂ ਕਾਲਾ ਦਾਗ ਹੈ। ਕਹਿੰਦੇ ਮਾਨੋ ਬਿਲਕੁਲ ਉਜਲ ਚੰਦਰਮਾ ਹੋਵੇ ਜਿਵੇਂ, ਇਉਂ ਗੁਰੂ ਘਰ ਦੀ ਕੀਰਤੀ, ਗੁਰਾਂ ਦੀ ਮਹਿਮਾ ਸਾਰੇ ਘਰਾਂ 'ਚ ਫੈਲ ਗਈ। ਕੀਤਕ ਕਵੀਨ ਕੇਰ ਕਬਿਤ, ਲਿਖੋ ਸੁਨਾਮਨ ਕੇ ਹਿਤ ਮਿਤ। ਸੋ ਮਿੱਤਰੋ ਕਹਿੰਦੇ ਮੈਂ ਸੁਣਾਉਣਾ ਕਿੰਨੇ ਕਵੀਆਂ ਦੇ ਇਹੋ ਜਿਹੇ ਕਵਿਤ ਮੈਨੂੰ ਵਿੱਚੋਂ ਵਿੱਚੋਂ ਮਿਲੇ, ਕਈ ਥਾਵਾਂ ਤੋਂ ਇਕੱਠੇ ਕੀਤੇ। ਉਹ ਤੁਹਾਨੂੰ ਮੈਂ ਸੋਹਣੀ ਕਵਿਤਾ ਦੇ ਰਾਹੀਂ ਸੁਣਾਉਂਦਾ ਕਿ ਕਵੀ ਮਹਾਰਾਜ 10ਵੇਂ ਪਾਤਸ਼ਾਹ ਵੇਲੇ ਕਿਤਨੀ ਉਪਮਾ ਕਰਿਆ ਕਰਦੇ। ਗੁਰ ਸਿੱਖਨ ਕੇ ਹੇਤ ਰਿਜਾਵਨ, ਅਰ ਪ੍ਰਭ ਲੋਗਨ ਜਿਨ ਮਨ ਪਾਵਨ। ਸੋ ਗੁਰਸਿੱਖਾਂ ਨੂੰ ਪ੍ਰਸੰਨ ਕਰਨ ਵਾਸਤੇ, ਕਿਉਂ ਗੁਰਸਿੱਖ ਜਦੋਂ ਕਵਿਤਾ ਸੁਣੇਗਾ ਆਪਣੇ ਗੁਰਾਂ ਦੀ ਪ੍ਰਸੰਨ ਹੁੰਦਾ ਹੈ, ਔਰ ਸੰਗਤ ਨੂੰ ਪ੍ਰਸੰਨ ਕਰ ਲਈ ਬਹੁਤ ਸੋਹਣੀਆਂ ਕਵਿਤਾਵਾਂ ਉਚਾਰਨ ਕੀਤੀਆਂ। ਸ਼੍ਰੀ ਕਲਗੀ ਥਰ ਕੀ ਬਰ ਕਥਾ, ਕਥੋਂ ਜਥਾ ਮਤ ਸੁਨੀਐ ਤਥਾ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸ੍ਰੇਸ਼ਟ ਕਥਾ ਹੈ, ਜਿੰਨੀ ਕਿ ਰੱਬ ਨੇ ਮੈਨੂੰ ਕਹਿੰਦੇ ਬੁੱਧੀ ਦਿੱਤੀ। ਕਵੀ ਜੀ ਆਪ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਮਾੜਾ ਮੋਟਾ ਨਾ ਜਾਣਿਓ। ਕਵੀ ਜੀ ਆਪ ਬ੍ਰਹਮ ਗਿਆਨ ਵਿੱਚ ਗਏ ਹੋਏ ਸਨ। ਇਹ ਨਹੀਂ ਕਿਸੇ ਨੂੰ ਗੱਲ ਦਾ ਪਤਾ। ਇੱਕ ਉੱਚ ਕੋਟੀ ਦਾ ਗੁਰਸਿੱਖ ਹੈ ਕਵੀ ਸੰਤੋਖ ਸਿੰਘ, ਬ੍ਰਹਮ ਗਿਆਨੀ ਹੈ, ਮਹਾਂਪੁਰਸ਼ ਹੈ। ਉਹਨਾਂ ਦੀ ਸਿਫਤ ਜੇ ਮੈਂ ਕਰਾਂ ਤਾਂ ਤੁਸੀਂ ਭਾਵੇਂ ਸੱਚ ਨਾ ਮੰਨੋ। ਭਾਈ ਵੀਰ ਸਿੰਘ ਨੇ ਬੜੀ ਸਿਫਤ ਕੀਤੀ ਉਹਨਾਂ ਦੀ। ਭਾਈ ਵੀਰ ਸਿੰਘ ਨੇ ਆਪ ਲਿਖਿਆ, ਕਹਿੰਦੇ ਇੰਨੇ ਵੱਡੇ ਕਵੀ
ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਾਨ ਕਵੀ ਕੋਈ ਪੁਰਾਣੀ ਰੂਹ ਹੀ ਹੈ ਜਿਹਨੇ ਇੰਨੀ ਸੋਹਣੀ ਕਵਿਤਾ ਲਿਖ ਕੇ ਖਾਲਸੇ ਪੰਥ ਨੂੰ ਇੰਨੀ ਵੱਡੀ ਦੇਣ ਦਿੱਤੀ ਹੈ। ਅਦਭੁਤ ਕਰੇ ਚਰਿਤ ਗੁਣ ਖਾਨੀ, ਕਹੇ ਜਿਨੋ ਭਈ ਪਾਵਨ ਬਾਨੀ। ਕਹਿੰਦੇ ਅਦਭੁਤ ਜਿਹੜੇ ਅਚਰਜ ਕੌਤਕ ਕੀਤੇ ਗੁਣਾਂ ਦੀ ਖਾਨ ਦਸਵੇਂ ਪਾਤਸ਼ਾਹ ਨੇ, ਕਹੇ ਜਿਨੋ ਭਈ ਪਾਵਨ ਬਾਣੀ। ਸੋ ਜਿਨ੍ਹਾਂ ਨੇ ਕਹੇ ਨੇ ਉਹ ਕੌਤਕ, ਜਿਨ੍ਹਾਂ ਨੇ ਚਰਿੱਤਰ ਕਹੇ ਨੇ ਉਹਨਾਂ ਦੀ ਬਾਣੀ ਜਿਹੜੀ ਸੀ, ਉਹਨਾਂ ਕਵੀਆਂ ਦੀ ਬਾਣੀ ਵੀ, ਬੋਲੀ ਵੀ, ਬੁੱਧੀ ਵੀ ਪਵਿੱਤਰ ਹੋ ਗਈ। ਜਿਨ੍ਹਾਂ ਨੇ ਗੁਰਾਂ ਦੀ ਮਹਿਮਾ ਕੀਤੀ ਹੈ ਉਹਨਾਂ ਨੂੰ ਸਤਿਗੁਰੂ ਜੀ ਆਪ ਬਖਸ਼ਿਸ਼ਾਂ ਕਰਦੇ ਨੇ। ਗੁਰ ਕੀ ਦਾਤ ਵੀਰਤਾ ਭਾਰੇ, ਬੀਚ ਕਬਿਤਨ ਜਥਾ ਉਚਾਰੇ। ਕਹਿੰਦੇ ਜਿਵੇਂ ਗੁਰਾਂ ਦੀ ਦਾਤ ਹੈ, ਵੀਰਤਾ ਦਿੱਤੀ ਆਪਣੇ ਖਾਲਸੇ ਨੂੰ, ਵੀਰ ਰਸ ਬਖਸ਼ਿਆ ਹੈ, ਨਾਮਦਾਨ ਬਖਸ਼ਿਆ ਹੈ, ਰੌਦਰ ਰਸ ਬਖਸ਼ਿਆ ਹੈ, ਇਸੇ ਤਰ੍ਹਾਂ ਹਰ ਪ੍ਰਕਾਰ ਦੇ ਨਾਮ ਰਸ ਬਖਸ਼ਿਆ ਹੈ। ਕਹਿੰਦੇ ਉਹ ਮੈਂ ਕਵਿਤਾਂ ਦੇ ਵਿੱਚ ਇੱਥੇ ਉਚਾਰ ਕੇ ਦੱਸਦਾ ਜਿਵੇਂ ਜਿਵੇਂ ਕਵੀਆਂ ਨੇ ਲਿਖਿਆ ਹੈ। ਅਬ ਸੋ ਲਿਖੋ ਕਵੀਨ ਕਹਿ ਜੈਸੇ, ਸੁਨੋ ਖਾਲਸਾ ਉਪਮਾ ਤੈਸੀ। ਕਹਿੰਦੇ ਕਵੀਆਂ ਨੇ ਜਿਵੇਂ ਕਿਹਾ ਉਹ ਮੈਂ ਕਹਿਣਾ ਸੁਣੋ ਖਾਲਸਾ ਜੀ ਕਿਵੇਂ ਉਪਮਾ ਕਰਦੇ ਨੇ ਕਵੀ। ਕਬਿਤ ਅਵਧ ਅਨਾਏ ਕਾ, ਤਿਲਕ ਬਨਾਏ ਕਾ। ਕਹਿੰਦੇ ਅਯੁੱਧਿਆ ਜਾ ਕੇ ਸਰਜੂ ਨਦੀ ਦੇ ਵਿੱਚ ਨਹਾਤਿਆਂ ਕੀ ਹੈ, ਕੀ ਮਿਲਦਾ ਹੈ? ਮੱਥੇ ਤੇ ਤਿਲਕ ਬਣਾਉਣ ਨਾਲ ਕੀ ਮਿਲਦਾ ਹੈ? ਦੁਆਰਕਾ ਛਪਾਏ ਕਾ, ਤਨ ਤਾਇਤ ਹੈ। ਕਹਿੰਦੇ ਦੁਆਰਕਾ ਦੇ ਵਿੱਚ ਜਾ ਕੇ ਕੀ ਮਿਲਦਾ ਹੈ? ਬਾਕੀ ਸਾਰਿਆਂ ਥਾਵਾਂ ਦੀ ਪਹਿਲਾਂ ਹੀ ਉਹ ਪ੍ਰਮਾਣ ਦਿੰਦੇ ਦਿੰਦੇ ਫਿਰ ਦਸਵੇਂ ਪਾਤਸ਼ਾਹ ਦੀ ਮਹਿਮਾ ਕਰਨਗੇ। ਕਹਿੰਦੇ ਦੁਆਰਕਾ ਜਾ ਕੇ ਛਾਪੇ ਲਵਾਉਂਦੇ ਲੋਕ, ਛਾਪੇ ਲਵਾਉਣ ਨਾਲ ਕੀ ਮਿਲਦਾ ਹੈ ਤੇ ਤਨ ਦੇ ਤਪਾਉਣ ਨਾਲ ਕੀ ਮਿਲਦਾ ਹੈ? ਕੋਵਿਦ ਕਹਾਏ ਕਾ, ਬੇਨੀ ਕੇ ਮੁੰਡਾਏ ਕਾ। ਕਹਿੰਦੇ ਕੋਵਿਦ ਕਹਾਏ ਕਹਾ ਜਾ ਕਰਕੇ ਕਹਿੰਦੇ ਬੜਾ ਆਪਣੇ ਆਪ ਨੂੰ ਪੰਡਤ ਕਹਾਉਣਾ। ਕਹਿੰਦੇ ਫਿਰ ਬੇਨੀ ਕੇ ਮੁੰਡਾਏ ਕਹਾ, ਕਹਿੰਦੇ ਬੋਧੀ ਦੇ ਮਨਾਉਣ ਨਾਲ ਕੀ ਬਣ ਜੂ ਜੇ ਕਿਸੇ ਨੇ ਆਪਣੀ ਬੋਧੀ ਮਨਵਾ ਲਈ ਹੈ। ਕਾਸ਼ੀ ਕੇ ਬਸਾਏ ਕਾ, ਲਾਹ ਲਖੀਤ ਹੈ। ਜੇ ਕੋਈ ਕਹੇ ਜੀ ਮੈਂ ਕਾਂਸ਼ੀ 'ਚ ਜਾ ਕੇ ਬਸਦਾ ਉੱਥੇ ਮੇਰਾ ਭਲਾ ਹੋ ਜਾਏਗਾ, ਕਹਿੰਦੇ ਤਾਂ ਵੀ ਕੁਝ ਨਹੀਂ ਹੋਣਾ। ਕੀ ਹੋ ਜਾਊਗਾ? ਕੀ ਲਾਹਾ ਪਾਊਗਾ ਉੱਥੇ ਜਾ ਕੇ ਉਹ ਬੰਦਾ? ਮੋਹਨ ਮਨਾਏ ਕਾ, ਭੂਪਤ ਰਜਾਏ ਕਾ। ਜੇ ਕੋਈ ਕ੍ਰਿਸ਼ਨ ਜੀ ਨੂੰ ਮਨਾ ਲਵੇ ਤਾਂ ਕੀ ਹੋ ਜਾਊ? ਜੇ ਕੋਈ ਰਾਜੇ ਨੂੰ ਮਨਾ ਲਵੇ ਤਾਂ ਕੀ ਹੋ ਜਾਵੇਗਾ? ਕਹਾ ਹੰਸ ਰਾਮ ਜੋ ਧਰਾ ਮੈਂ ਧਾਇਤ ਹੈ। ਇੱਕ ਪਰਮਹੰਸ ਹੁੰਦੇ ਨੇ ਜਿਹੜੇ ਸਾਰੀ ਧਰਤੀ ਦੇ ਗੇੜੇ ਲਾਈ ਜਾਂਦੇ ਨੇ, ਕਹਿੰਦੇ ਇਹ ਤਾਂ ਮੁਕਤੀ ਹੁੰਦੀ ਹੈ ਤਾਂ ਕੀ ਹੋ ਜਾਵੇਗਾ? ਚਾਰੋਂ ਬਰਨ ਤਾਕੇ ਹਰਨ ਕਲੇਸ਼, ਗੁਰੂ ਗੋਬਿੰਦ ਕੇ ਚਰਨ ਮੁਕਤ ਪਾਇਤ ਹੈ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਕਲੇਸ਼ ਨਾਸ ਕਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨ ਹਨ ਜਿਨ੍ਹਾਂ ਤੋਂ ਮੁਕਤੀ ਪਾਈ ਦੀ ਹੈ। ਭੁਲੇਖੇ 'ਚ ਨਾ ਰਹੋ, ਹੋਰ ਕਿਤੇ ਜਾ ਕੇ ਕੁਝ ਨਹੀਂ ਮਿਲਣਾ, ਸਿਰਫ ਦਸਵੇਂ ਪਾਤਸ਼ਾਹ ਦੇ ਚਰਨਾਂ ਜੋ ਕੁਝ ਮਿਲਦਾ। ਇਹਨਾਂ ਨੇ ਕੋਈ ਉਹ ਉਪਮਾ ਨਹੀਂ ਕੀਤੀ ਕਿ ਜਿਵੇਂ ਲੋਕ ਆਪਣੇ ਚੱਕਵੀਂ ਜੀ ਉਪਮਾ ਕਰਦੇ ਨੇ, ਝੂਠੀ ਉਪਮਾ ਨਹੀਂ ਹੈ ਇੱਥੇ। ਐਵੇਂ ਜਿਵੇਂ ਕੋਈ ਕਹੇ ਸਾਡਾ ਤਾਂ ਫਲਾਨਾ ਰੱਬ ਹੈ ਜੀ, ਸਾਡਾ ਤਾਂ ਫਲਾਨਾ ਨਹੀਂ। ਇੱਥੇ ਤਾਂ ਸੱਚ ਹੀ ਸੱਚ ਕਿਹਾ ਇਹਨਾਂ ਨੇ ਕਿ ਉਹ ਤਾਂ ਵਿਚਾਰੇ ਆਪ ਇਹਨਾਂ ਦੇ ਕੋਲ ਆਉਂਦੇ ਨੇ, ਕਹਿੰਦੇ ਮਹਾਰਾਜ ਸਾਡਾ ਭਲਾ ਕਰ ਦਿਓ। ਬੜੇ ਬੜੇ ਦੇਵਤੇ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਨੇ, ਦਸਵੇਂ ਪਾਤਸ਼ਾਹ ਕੋਲ ਕਿੰਨਾ ਕੁਛ ਆਇਆ ਗੁਪਤ ਰੂਪ ਦੇ ਵਿੱਚ। ਹਰ ਕੋਈ ਇਹਨਾਂ ਤੋਂ ਹੀ ਆਪਣਾ ਭਲਾ ਮੰਗਦਾ ਹੈ। ਇਸ ਕਰਕੇ ਕਵੀਆਂ ਨੇ ਜਿੰਨੀ ਉਪਮਾ ਕੀਤੀ ਦਸਵੇਂ ਪਾਤਸ਼ਾਹ ਦੀ, ਔਰ ਸਾਰੀਆਂ ਸੰਗਤਾਂ ਉਪਮਾ ਸੁਣ ਕੇ ਜਿਵੇਂ ਪ੍ਰਸੰਨ ਹੁੰਦੀਆਂ ਨੇ। ਕੱਲ ਨੂੰ ਅੱਗੇ ਸ਼ਰਵਣ ਕਰਾਂਗੇ, ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ। ਸੋ ਪ੍ਰਸੰਗ ਜੋ ਆਪਾਂ ਅੱਜ ਸਮਾਪਤ ਹੋਇਆ ਹੈ, ਮੈਂ ਤਾਂ ਇਹੀ ਕਹਾਂਗਾ ਕਿ ਸੰਗਤਾਂ ਵੀ ਵਧਾਈ ਦੀਆਂ ਪਾਤਰ ਨੇ, ਭਾਗਾਂ ਵਾਲਿਓ ਕਿ ਐਸਾ ਪ੍ਰਸੰਗ ਤੁਸੀਂ ਸੁਣਿਆ ਹੈ। ਇਹਦੇ ਨਾਲ ਬੰਦੇ ਨੂੰ ਅੰਦਰੋਂ ਗਿਆਨ ਬਹੁਤ ਹੋ ਜਾਂਦਾ ਹੈ। ਭਾਵੇਂ ਵੀ ਆਪਾਂ ਨੂੰ ਅੰਦਰ ਗਿਆਨ ਉਹ ਬ੍ਰਹਮ ਗਿਆਨ ਤਾਂ ਨਹੀਂ ਹੋਇਆ, ਪਰ ਬਾਹਰਲੇ ਤੌਰ ਤੇ ਆਪਾਂ ਨੂੰ ਇੱਕ ਗਿਆਨ ਜ਼ਰੂਰ ਹੋ ਗਿਆ ਕਿ ਅੰਦਰ ਬਹੁਤ ਕੁਝ ਹੈ ਆਪਣੇ। ਜੋ ਖੋਜੈ ਸੋ ਪਾਵੈ, ਜਿਹੜਾ ਖੋਜ ਕਰਦਾ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਅੰਤਰਾਤਮਾ ਅਤੇ ਪ੍ਰਮਾਤਮਾ ਨੂੰ ਇੱਕ ਕਰਨ ਲਈ ਜੋ ਕਿੰਨਾ ਜ਼ੋਰ ਲਾਤਾ ਕਵੀ ਜੀ ਨੇ, ਲਿਖ ਲਿਖ ਕੇ ਸਾਰਾ ਕੁਝ ਸਮਝਾ ਦਿੱਤਾ ਤਾਂ ਕਿ ਗੁਰਸਿੱਖਾਂ ਦਾ ਭਲਾ ਹੋਵੇ, ਕਲਿਆਣ ਹੋਵੇ।
ਇੰਨਾ ਕੁਝ ਦੱਸ ਦਿੱਤਾ ਆਪਾਂ ਨੂੰ, ਇੰਨਾ ਕੁਝ ਕੋਈ ਦੱਸ ਨਹੀਂ ਸਕਦਾ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਈਏ। ਆਪਾਂ ਵੀ ਬੇਨਤੀ ਕਰੀਏ, ਮਹਾਰਾਜ ਸਾਨੂੰ ਵੀ ਇਹਨਾਂ ਜਨਮ ਮਰਨ ਦੇ ਚੱਕਰਾਂ ਚੋਂ ਕੱਢ ਲਓ। ਕਿਰਪਾ ਕਰਕੇ ਸਦੀਵੀ ਕਾਲ ਆਪਣੇ ਚਰਨਾਂ ਦੇ ਅੰਦਰ ਨਿਵਾਸ ਬਖਸ਼ੋ, ਸੱਚਖੰਡ ਦੇ ਵਿੱਚ ਨਿਵਾਸ ਬਖਸ਼ੋ। ਅਸੀਂ ਵੀ ਆਪਦੇ ਚਰਨਾਂ ਦਾ ਆਨੰਦ ਮਾਣ ਸਕੀਏ। ਚਰਨ ਕਮਲ ਕੀ ਮੌਜ ਕੋ ਕਹੋ ਕੈਸੀ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਵਾਹਿਗੁਰੂ ਵਾਹਿਗੁਰੂ।